गुर सतगुर का जो सिख अखाए, सो भलके उठ हर नाम ध्यावै। उदम करे भलके प्रभाती, इस्नान करे अमृत सर नहावै। उपदेश गुरु हर हर जप जापै, सब किल वेख पाप दोख लह जावै। फिर चढ़ै दिवस गुरबाणी गावै, बहंदियां उठदियां हर नाम ध्यावै। जो सास गरास ध्याए मेरा हर हर, सो गुर सिख गुरु मन भावै। जन नानक धूर मंगै तिस गुर सिख की, जो आप जपै अवर नाम जपावै। जन नानक धूर मंगै तिस गुर सिख की, जो आप जपै अवर नाम जपावै। ज्यों बुलावै त्यों बोलै स्वामी, कुदरत कवनौ हमारी। साध संग नानक जस गायो, जो प्रभ की आत प्यारी। सुकाओ टल गुर सेवियै, आहनस सहज सुभाए। दर्शन परसै जन्म मरण दुख वै। सिफत खसमदी नूर अरसों कुरसों, तुद डिठे सचे पातशाह। मल जन्म जन्म दी तुद डिठे सचे पातशाह। मल जन्म जन्म कटिया। सतनाम श्री वाहिगुरु साहिब जीओ। सूही महला पंजवा। गुणवंती जो दिसे गुर सिखड़ा, तिस निव निव लागो पाए जियो। आखा बिरथा जी की, गुर सज्जन देह मिलाए जियो। सोई दस उपदेसड़ा, मेरा मन अनंत न काहू जाए जियो। एहो मन तैकू ढेवसा, मैं मार्ग देहो बताए जियो। जो दिसा गुर सिखड़ा, तिस निव निव लागो पाए जियो। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, महाराज ने कृपा की है जो सतसंगत का सुभागा समा बख्शिश किया है। जिस वेले असी संगत विच बैठे हाँ, ये समा कोई सानू मुल नहीं दे सकता है, ना ही असी मुल लै सकते हाँ। ये ऐसा अमोलक समा है
ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ। ਉਸ ਵੇਲੇ ਤੋਂ ਸਮੇਂ ਤੋਂ ਕੁਰਬਾਨ ਜਾਈਏ, ਸਦਕੇ ਜਾਈਏ ਸਤਿਗੁਰੂ, ਜਿਸ ਵੇਲੇ ਮੈਂ ਤੇਰੇ ਦਰ 'ਤੇ ਆ ਕੇ ਬੈਠਾ। ਕੁਰਬਾਨ ਜਾਵਾਂ ਉਸ ਸਮੇਂ ਤੋਂ, ਕੁਰਬਾਨ ਜਾਵਾਂ ਉਸ ਦਰ ਤੋਂ, ਕੁਰਬਾਨ ਜਾਵਾਂ ਉਸ ਸੰਗਤ ਤੋਂ ਜਿਸ ਸੰਗਤ ਵਿੱਚ ਆਪ ਜੀ ਨੇ ਮੈਨੂੰ ਨਿਵਾਜਿਆ ਹੈ। ਗੁਰਮੁਖੋ ਵੱਡੇ ਭਾਗ ਜੋ ਅਸੀਂ ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਅਤੇ ਸਤਿਗੁਰੂ ਜੀ ਇਸ ਵੇਲੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕਰਦਿਆਂ ਹੋਇਆਂ ਜੋ ਗੁਰਬਾਣੀ ਦੀ ਦਾਤ ਹੈ ਅੰਮ੍ਰਿਤ ਵੇਲੇ ਉਹ ਬਖਸ਼ਿਸ਼ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ ਗੁਣਵੰਤੀ। ਸੂਹੀ ਰਾਗ ਦਾ ਇਹ ਸ਼ਬਦ ਸਾਹਿਬ ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਪਹਿਲਾਂ ਆਪਾਂ ਬਚਨ ਸਰਵਣ ਕੀਤਾ ਸੀ, ਮਹਾਰਾਜ ਜੀਆਂ ਨੇ ਲਿਖਿਆ ਹੈ ਕੁਚਜੀ, ਖੋਟੇ ਚੱਜ ਵਾਲੀ, ਖੋਟੇ ਕਰਤੱਵ ਵਾਲੀ। ਉਹ ਆਪਾਂ ਬਚਨ ਸਰਵਣ ਕੀਤੇ। ਉਸ ਤੋਂ ਬਾਅਦ ਵਿੱਚ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤਾ ਹੈ ਸੁਚਜੀ, ਸ੍ਰੇਸ਼ਟ ਕਰਤੱਵ ਨੇ ਜਿਸ ਦੇ, ਚੰਗੇ ਕਰਮ ਦੇ ਕਰਨ ਵਾਲੇ। ਅੱਜ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਗੁਣਵੰਤੀ। ਗੁਣਾਂ ਵਾਲੀ ਕੌਣ ਹੈ? ਜੀਵ ਇਸਤਰੀ ਗੁਣਾਂ ਵਾਲੀ ਕੌਣ ਹੈ? ਕੀ ਗੁਣ ਹੋਣਾ ਚਾਹੀਦਾ ਹੈ? ਉਹ ਮਹਾਰਾਜ ਬਖਸ਼ਿਸ਼ ਕਰਨਗੇ। ਜਿਵੇਂ ਆਪਾਂ ਬਚਨ ਸਰਵਣ ਕੀਤਾ ਸੀ, ਉੱਤਮ, ਮੱਧਮ ਅਤੇ ਕਨਿਸ਼ਟ। ਕਨਿਸ਼ਟ ਨੂੰ ਕਿਹਾ ਜਾਂਦਾ ਹੈ ਕੁਚਜੀ, ਸਭ ਤੋਂ ਥੱਲੇ ਵਾਲਾ। ਦੂਜੇ ਨੰਬਰ 'ਤੇ ਮਹਾਰਾਜ ਨੇ ਸੁਚਜੀ ਤੋਂ ਭਾਵ ਹੁੰਦਾ ਮੱਧਮ, ਨਾ ਚੰਗਾ ਨਾ ਮਾੜਾ, ਵਿਚਕਾਰਲਾ ਹਿੱਸਾ। ਉਹਨੇ ਕੋ ਚੰਗੇ ਕਰਮ, ਉਹਨੇ ਕੋ ਮਾੜੇ ਕਰਮ, ਉਹਨਾਂ ਕੋ ਪੁੰਨ ਦਾਨ, ਉਨੀ ਕੋ ਪ੍ਰਾਪਤੀ। ਵਿਚਲਾ ਮੇਲ ਨਾ ਉਧਰ ਦਾ ਨਾ ਉਧਰ ਦਾ। ਅਤੇ ਉਸ ਤੋਂ ਬਾਅਦ ਵੀ ਤੀਜਾ ਨੰਬਰ ਹੈ ਉੱਤਮ। ਉੱਤਮ ਤੋਂ ਭਾਵ ਹੁੰਦਾ ਸ੍ਰੇਸ਼ਟ, ਸਭ ਤੋਂ ਉੱਤੇ, ਜਿਹਦੇ ਵਿੱਚ ਗੁਣ ਹੀ ਗੁਣ ਹੋਣ, ਉਹਨੂੰ ਕਿਹਾ ਜਾਂਦਾ ਗੁਣਵੰਤੀ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਣਵੰਤੀ ਦੇ ਜਿਹੜੇ ਗੁਣ ਹਨ ਉਹ ਇੱਥੇ ਬਖਸ਼ਿਸ਼ ਕਰਦੇ ਹਨ। ਜੋ ਦੀਸਾ ਗੁਰ ਸਿੱਖੜਾ। ਜਿਹੜੀ ਉੱਤਮ ਸਖੀ ਹੈ ਉਹ ਬੇਨਤੀ ਕਰਦੀ ਹੈ ਜੋ ਗੁਰਸਿੱਖੜਾ ਹੈ। ਗੁਰਸਿੱਖੜਾ ਤੋਂ ਭਾਵ ਗੁਰੂ ਦੀ ਸਿੱਖਿਆ ਲੈਣ ਵਾਲਾ। ਇੱਕ ਤੇ ਲਿਬਾਸ ਦਾ ਹੀ ਗੁਰਸਿੱਖ ਹੈ ਨਾ, ਇੱਕ ਹੈ ਗੁਰੂ ਦੀ ਸਿੱਖਿਆ ਜਿਹੜਾ ਕਮਾਉਂਦਾ ਪਿਆ ਹੈ। ਇੱਥੇ ਗੁਰੂ ਦੀ ਸਿੱਖਿਆ ਲੈਣ ਵਾਲੇ ਨੂੰ ਗੁਰਸਿੱਖੜਾ ਆਖਿਆ ਹੈ। ਜੋ ਦੀਸੈ ਗੁਰਸਿੱਖੜਾ, ਜਿਹੜਾ ਗੁਰੂ ਦੀ ਸਿੱਖਿਆ ਲੈਣ ਵਾਲਾ ਗੁਰੂ ਕਾ ਸਿੱਖ ਦਿਸਦਾ ਹੈ। ਸਾਨੂੰ ਪਤਾ ਲੱਗ ਗਿਆ, ਵੇਖਿਆ ਵੀ ਇਹ ਗੁਰੂ ਕਾ ਸਿੱਖ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਣ ਵਾਲਾ ਹੈ। ਇਹ ਉਪਦੇਸ਼ ਦੀ ਕਮਾਈ ਕਰਦਾ ਪਿਆ ਹੈ। ਜਿਹੜਾ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦਾ ਹੈ। ਇਸ ਨਿਵ ਨਿਵ ਲਾਗੋ ਪਾਏ ਜੀਓ। ਮੈਂ ਉਹਦੇ ਚਰਨਾਂ 'ਤੇ ਨਿਵ ਨਿਵ ਕੇ, ਨਿਉ ਨਿਉ ਕੇ ਨਮਸਕਾਰ ਕਰਾਂ, ਝੁਕ ਝੁਕ ਕੇ ਉਹਦੇ ਚਰਨਾਂ 'ਤੇ ਲੱਗਾ ਜਾ ਕੇ ਨਮਸਕਾਰ ਕਰਾਂ, ਉਹਨੂੰ ਮੱਥਾ ਟੇਕਾਂ, ਉਹਦੇ ਚਰਨਾਂ 'ਤੇ ਝੁਕ ਜਾਵਾਂ। ਕਿਸ ਦੇ ਚਰਨਾਂ 'ਤੇ? ਜੋ ਦੀਸੈ ਗੁਰਸਿੱਖੜਾ, ਜਿਹੜਾ ਗੁਰੂ ਦਾ ਸਿੱਖ, ਗੁਰੂ ਦੇ ਦੱਸੇ ਹੋਏ ਉਪਦੇਸ਼ 'ਤੇ ਚੱਲਣ ਵਾਲਾ ਹੈ, ਉਪਦੇਸ਼ ਦੀ ਕਮਾਈ ਕਰਨ ਵਾਲਾ ਹੈ। ਉਸ ਗੁਰਸਿੱਖ 'ਤੇ ਚਰਨਾਂ ਦੇ ਉੱਪਰ ਵਾਰ-ਵਾਰ ਝੁਕ ਕੇ ਸਲਾਮ ਕਰਨਾ ਕਰਾਂ। ਆਖਾਂ ਬਿਰਥਾਂ ਜੀ ਕੀ। ਮੈਂ ਉਹਦੇ ਕੋਲ ਜਾ ਕੇ ਆਪਣੇ ਜੀ ਕੀ, ਜੀ ਤੋਂ ਭਾਵ ਹੁੰਦਾ ਗੁਰਮੁਖੋ ਦਿਲ। ਮੈਂ ਆਪਣੇ ਦਿਲ ਦੀ ਗੱਲ ਜਾਂ ਮੈਂ ਆਪਣੇ ਮਨ ਦੀ ਗੱਲ ਜਿਹੜੀ ਹੈ, ਬਿਰਥਾ ਤੋਂ ਭਾਵ ਹੁੰਦਾ ਹਾਲਾਤ। ਮੈਂ ਆਪਣੇ ਮਨ ਦੇ ਹਾਲਾਤ ਜਾ ਕੇ ਦੱਸਾਂ, ਮੈਂ ਆਪਣੇ ਜਾ ਕੇ ਦਿਲ ਦੀ ਗੱਲ ਉਹਦੇ ਕੋਲ ਕਰਾਂ ਵੀ ਮੇਰੀ ਹਾਲਤ ਕੀ ਔਰ ਮੈਂ ਕੀ ਕਰਨਾ ਚਾਹੁੰਦਾ।
ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਮੈਂ ਸੱਚੋ ਸੱਚੀ ਆਪਣੇ ਮਨ ਦੀ ਜਿਹੜੀ ਹਾਲਤ ਹੈ ਉਹ ਜਾ ਕੇ ਉਸ ਗੁਰਸਿੱਖ ਦੇ ਕੋਲ ਬਿਆਨ ਕਰਾਂ ਕਿ ਗੁਰੂ ਕਿਆ ਸਿੱਖਾ, ਮੇਰੀ ਇਹ ਬੇਨਤੀ ਹੈ। ਆਖਾਂ ਬਿਰਥਾ ਜੀ ਕੀ, ਇਹ ਜੋ ਜੀ ਮੇਰਾ ਮਨ ਹੈ ਨਾ, ਮੈਂ ਇਹਦੀ ਬਿਰਥਾ ਕਹੀਏ ਹਾਲਤ, ਇਹਦੀ ਅਵਸਥਾ ਜਿਹੜੀ ਹੈ ਉਹ ਸਿੱਖ ਦੇ ਕੋਲ ਜਾ ਕੇ ਕਹਿਣਾ ਕਰਾਂ। ਗੁਰ ਸੱਜਣ ਦੇਹ ਮਿਲਾਏ ਜੀਓ। ਮਨ ਦੀ ਹਾਲਤ ਕੀ ਦੱਸਣੀ ਹੈ ਕਿ ਜਿਹੜੇ ਗੁਰੂ ਪਾਤਸ਼ਾਹ ਨੇ ਨਾ, ਲੋਕ ਤੇ ਪਰਲੋਕ ਦੇ ਸੱਜਣ, ਐਸ ਲੋਕ ਦੇ ਵਿੱਚ ਵੀ ਰਾਖੀ ਕਰਨ ਵਾਲੇ ਮਹਾਰਾਜ ਸਾਹਿਬ ਜੀ, ਔਰ ਪਰਲੋਕ ਦੇ ਵਿੱਚ ਵੀ ਰਾਖੀ ਕਰਦੇ। ਜਿਹੜੇ ਲੋਕ ਪਰਲੋਕ ਦੇ ਸੱਜਣ ਨੇ ਉਹ ਮੈਨੂੰ ਪਾਤਸ਼ਾਹ ਮਿਲ ਜਾਣ, ਪਰ ਮਿਲਣਗੇ ਕਿਵੇਂ? ਜੇ ਕੋਈ ਗੁਰੂ ਕਾ ਸਿੱਖ ਮੇਰੇ 'ਤੇ ਮਿਹਰਬਾਨੀ ਕਰ ਦੇਵੇ। ਆਪਣੇ ਆਪ 'ਤੇ ਨਹੀਂ ਨਾ ਲਿਆਇਆ ਜਾ ਸਕਦਾ, ਉਹ ਮਿਲੇਗਾ ਤਾਂ ਜੇ ਗੁਰੂ ਕਾ ਸਿੱਖ ਕਿਰਪਾ ਕਰੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖੋ ਇਤਿਹਾਸ ਦੇ ਵਿੱਚ ਸਾਖੀਆਂ ਬਚਨ ਬੜੇ ਆਪਾਂ ਸਰਵਣ ਕਰਦੇ ਰਹਿੰਦੇ, ਉਹ ਸਾਖੀਆਂ ਵਾਰ-ਵਾਰ ਦੱਸਣ ਦਾ ਮਨ ਨਹੀਂ ਕਈ ਵਾਰੀ ਕਰਦਾ ਹੈ ਵੀ ਰੋਜ਼ ਉਹੀ ਬਚਨ ਸਾਖੀ ਦੇ ਸਰਵਣ ਕਰੀ ਜਾਣੇ। ਜਿਵੇਂ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਭਾਈ ਜੋਧ ਜੀਆਂ ਦੇ ਕੋਲੋਂ ਬਾਣੀ ਸੁਣਦੇ, ਤੇ ਬਾਣੀ ਸੁਣ ਕੇ ਹੁਣ ਭਾਈ ਜੋਧ ਜੀ ਨੂੰ ਆਖਿਆ ਜਾਂਦਾ ਗੁਰਸਿੱਖੜਾ, ਗੁਰੂ ਦਾ ਬਚਨ ਕਮਾਉਣ ਵਾਲਾ, ਕਿਉਂਕਿ ਸਤਿਗੁਰਾਂ ਦਾ ਬਚਨ ਇਹ ਹੈ ਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਭਾਈ ਜੋਧ ਜੀ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਪਏ ਸਨ ਵੀ ਜੋ ਗੁਰੂ ਦਾ ਉਪਦੇਸ਼ ਹੈ ਉਸ ਉਪਦੇਸ਼ ਦੇ ਮੁਤਾਬਕ ਬਾਣੀ ਪੜ੍ਹ ਕੇ ਜੀਵਨ ਦੀ ਕਮਾਈ ਕਰਦਾ। ਜਦੋਂ ਅੰਮ੍ਰਿਤ ਵੇਲੇ ਭਾਈ ਜੋਧ ਜੀ ਬੈਠੇ ਬਾਣੀ ਪੜ੍ਹਦੇ ਪਏ, ਭਾਈ ਸਾਹਿਬ ਭਾਈ ਲਹਿਣਾ ਸਾਹਿਬ ਜੀ ਕੋਲ ਦੀ ਲੰਘੇ, ਬਚਨ ਸੁਣਿਆ ਤੇ ਕੋਲ ਹੀ ਬੈਠ ਗਏ। ਗੁਰਬਾਣੀ ਦਾ ਪਾਠ ਸਾਰਾ ਸਰਵਣ ਕਰਕੇ ਜਦੋਂ ਭਾਈ ਜੋਧ ਜੀਆਂ ਨੇ ਸਮਾਪਤੀ ਕੀਤੀ ਤੇ ਪੁੱਛਿਆ, ਗੁਰੂ ਕਿਆ ਸਿੱਖਾ, ਬੜੀ ਸ਼ਾਂਤੀ ਆਈ ਹੈ ਤੇਰੇ ਬਚਨ ਸੁਣ ਕੇ, ਬੜਾ ਟਿਕਾ, ਬੜਾ ਆਨੰਦ ਆਇਆ ਹੈ। ਇਹ ਕਿਹੜੀ ਬਾਣੀ ਤੂੰ ਪੜ੍ਹੀ ਹੈ, ਕਿੱਥੋਂ ਪ੍ਰਾਪਤ ਹੋਈ ਹੈ? ਤੇ ਭਾਈ ਜੋਧ ਜੀ ਨੇ ਆਖਿਆ ਵੀ ਇਹ ਗੁਰੂ ਨਾਨਕ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਨੇ, ਮੈਂ ਉਹਨਾਂ ਦੀ ਸਿੱਖੀ ਧਾਰਨ ਕੀਤੀ ਹੈ ਤੇ ਮੈਂ ਉਹਨਾਂ ਦੀ ਬਾਣੀ ਪੜ੍ਹ ਕੇ ਆਪਣਾ ਤਨ ਮਨ ਸਫਲਾ ਕਰਦਾ ਪਿਆ। ਭਾਈ ਸਾਹਿਬ ਭਾਈ ਲਹਿਣਾ ਜੀ ਕਹਿਣ ਲੱਗੇ, ਫਿਰ ਉਹ ਗੁਰੂ ਪ੍ਰਾਪਤ ਕਿਵੇਂ ਹੋਵੇ, ਕਿੱਥੋਂ ਮਿਲੇਗਾ, ਕਿੱਥੇ ਰਹਿ ਰਿਹਾ ਹੈ? ਤੇ ਭਾਈ ਜੋਧ ਜੀਆਂ ਨੇ ਬਚਨ ਕੀਤਾ, ਇਸ ਵੇਲੇ ਕਰਤਾਰਪੁਰ ਦੀ ਧਰਤੀ 'ਤੇ ਹੈ। ਤੇ ਭਾਈ ਲਹਿਣਾ ਸਾਹਿਬ ਜੀ ਕਹਿਣ ਲੱਗੇ, ਐਤਕੀ ਯਾਤਰਾ 'ਤੇ ਜਾਵਾਂਗੇ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ, ਕਿਉਂਕਿ ਗੁਰੂ ਹੈ ਲੋਕ ਪਰਲੋਕ ਦਾ ਸੱਜਣ ਤੇ ਗੁਰੂ ਨਾਲ ਮਿਲਾਉਂਦਾ ਹੈ ਗੁਰੂ ਕਾ ਸਿੱਖ। ਭਾਈ ਜੋਧ ਜੀਆਂ ਨੇ ਭਾਈ ਲਹਿਣਾ ਜੀ ਨੂੰ ਦੱਸ ਪਾ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਮਿਲਿਆ। ਉਹਨਾਂ ਨੂੰ ਕਿਹਾ ਜਾਂਦਾ ਹੈ ਗੁਰਸਿੱਖ। ਦੂਜਾ ਬਚਨ ਆਪਾਂ ਇਤਿਹਾਸ ਵਿੱਚ ਸਰਵਣ ਕਰਦੇ ਹਾਂ, ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸੁਪੁੱਤਰੀ ਹੈ। ਆਪਣੇ ਸਹੁਰੇ ਘਰ ਵਿੱਚ ਬੈਠੀ ਅੰਮ੍ਰਿਤ ਵੇਲੇ ਵਧਾਣੀ ਪਾ ਕੇ ਬਾਣੀ ਪੜ੍ਹਦੀ ਪਈ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਧਰੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਨਾ ਕਿ ਬੀਬੀ ਬਾਣੀ ਪੜ੍ਹਦੀ ਪਈ ਹੈ, ਭਤੀਜਿਓ ਨਹੁੰ ਹੈ ਮਹਾਰਾਜ ਜੀਆਂ ਦੀ, ਤੇ ਸਤਿਗੁਰੂ ਇੱਕ ਕੰਧ ਦਾ ਓਹਲਾ ਕਰਕੇ ਖਲੋਤੇ ਰਹੇ ਔਰ ਬਾਣੀ ਸਰਵਣ ਕਰਦੇ ਰਹੇ। ਤੇ ਬੀਬੀ ਬਾਣੀ ਪੜ੍ਹਦੀ ਪਈ ਹੈ। ਬਚਨ ਇਹ ਹੈ, ਜੋ ਦੀਸੈ ਗੁਰਸਿੱਖੜਾ, ਗੁਰਸਿੱਖ ਉਹ ਹੈ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਹੈ। ਗੁਰੂ ਦਾ ਬਚਨ ਕਮਾਇਆ ਬੀਬੀ ਅਮਰੋ ਜੀ ਨੇ। ਗੁਰੂ ਦਾ ਬਚਨ ਇਹ ਆ ਵੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੀ ਹੈ ਤੇ ਪੜ੍ਹਦੀ ਪਈ ਹੈ ਸਹੁਰੇ ਘਰ ਵਿੱਚ ਬੈਠੀ ਹੋਏ। ਬਚਨਾਂ ਦੀ ਸਮਾਪਤੀ, ਪਾਠ ਦੀ ਸਮਾਪਤੀ ਹੋਈ ਤੇ ਸਤਿਗੁਰੂ ਕੋਲ ਗਏ, ਕਹਿਣ ਲੱਗੇ, ਪੁੱਤਰੀ ਸਵੇਰੇ ਤੂੰ ਬਾਣੀ ਪੜ੍ਹੀ ਹੈ, ਸ਼ਬਦ ਪੜ੍ਹਿਆ, ਬੜਾ ਆਨੰਦ ਆਇਆ ਹੈ। ਇਸ ਤਰ੍ਹਾਂ ਦਾ ਗੁਰੂ ਕੌਣ ਹੈ, ਮੈਨੂੰ ਵੀ ਉਹਨਾਂ ਨਾਲ ਮਿਲਾਉਣ ਦੀ ਕਿਰਪਾਲਤਾ ਕਰੋ। ਤੇ ਬੀਬੀ ਅਮਰੋ ਜੀ ਕਹਿਣ ਲੱਗੇ ਵੀ ਇਹ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਪਰ ਉਹ ਸੱਚਖੰਡ ਚਲੇ ਗਏ। ਇਸ ਵੇਲੇ ਉਹਨਾਂ ਦੀ ਜਗ੍ਹਾ ਦੇ ਉੱਪਰ ਮੇਰੇ ਪਿਤਾ ਜੀ ਬੈਠੇ ਹੋਏ, ਗੁਰੂ ਅੰਗਦ ਸਾਹਿਬ ਜੀ। ਫਿਰ ਬਚਨ ਹੋਇਆ ਕਿ ਚਲੋ ਮੈਨੂੰ ਉਹਨਾਂ ਦੇ ਕੋਲ ਹੀ ਲੈ ਚਲੋ।
ਬੀਬੀ ਅਮਰੋ ਜੀ ਆਪਣੇ ਚਾਚਾ ਸਹੁਰਾ ਸਾਹਿਬ ਨੂੰ ਲੈ ਕੇ ਆਪਣੇ ਪਿਤਾ ਜੀ ਦੇ ਕੋਲ ਗਏ, ਜਾ ਕੇ ਮਿਲਾਇਆ। ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੇ ਹੀ ਬਣ ਕੇ ਰਹਿ ਗਏ। 12 ਸਾਲ ਪਾਣੀ ਦੀ ਸੇਵਾ, ਜਲ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਚਨ ਇਹ ਹੈ, ਗੁਰੂ ਦਾ ਸਿੱਖ ਇਹ ਹੈ, ਗੁਰੂ ਦਾ ਸਿੱਖ ਉਸ ਨੂੰ ਕਿਹਾ ਜਾਂਦਾ ਹੈ ਜਿਹਦੀ ਕਮਾਈ ਵੇਖ ਕੇ, ਜਿਹਦਾ ਜੀਵਨ ਵੇਖ ਕੇ, ਜਿਹਨੂੰ ਉਪਦੇਸ਼ ਨੂੰ ਕਮਾਉਂਦਿਆਂ ਵੇਖ ਕੇ ਬਚਨ ਇਹ ਹੋਵੇ ਵੀ ਮੈਂ ਵੀ ਇਹਦੇ ਵਾਂਗ ਗੁਰੂ ਨਾਲ ਜੁੜ ਜਾਵਾਂ। ਗੁਰਮੁਖੋ ਇੱਥੇ ਹੀ ਬਸ ਨਹੀਂ, ਗੁਰੂ ਕਿਹਾ ਸਿੱਖਾਂ ਨੇ ਵੀ ਬੜੀ ਬੜੀ ਕਿਰਪਾ ਕੀਤੀ ਹੈ। ਜਿਵੇਂ ਭਾਈ ਅਦਲੀ ਜੀ ਵਰਗਿਆਂ ਨੇ ਭਾਈ ਲਖੀਏ ਨੂੰ ਜੋੜਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਨਾਲ। ਜੋ ਵੀ ਤੇ ਬਚਨ ਆਪਾਂ ਸਰਵਣ ਕਰਦੇ ਹਨ। ਭਾਈ ਭਗੀਰਥ ਨੇ ਜੋੜਿਆ ਭਾਈ ਸਨਮੁਖ ਸ਼ਾਹੂਕਾਰ ਨੂੰ, ਮਨਸੁਖ ਸ਼ਾਹੂਕਾਰ ਨੂੰ ਜੋੜਿਆ ਲਾਹੌਰ ਤੋਂ ਲਿਆ ਕੇ ਗੁਰੂ ਪਾਤਸ਼ਾਹ ਦੇ ਨਾਲ। ਤੇ ਭਾਈ ਮਨਸੁਖ ਸ਼ਾਹੂਕਾਰ ਨੇ ਜੋੜਿਆ ਸੰਗਲਾ ਦੀਪ ਦੇ ਰਾਜੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਨਾਲ। ਕਿੰਨੀਆਂ ਕੁ ਸਾਖੀਆਂ ਦਾ ਵਰਣਨ ਕਰੀਏ ਗੁਰੂ ਇਤਿਹਾਸ ਵਿੱਚੋਂ, ਗੁਰੂ ਕਿਆਂ ਦੇ ਸਿੱਖਾਂ ਦੇ ਜੀਵਨ ਦੇ ਵਿੱਚੋਂ। ਇਹ ਉਹਨਾਂ ਦੀ ਕਮਾਈ ਹੈ ਜਿਨ੍ਹਾਂ ਨੇ ਕਮਾਈ ਕੀਤੀ ਹੈ। ਭਾਈ ਤਿਲਕੂ ਜੀਆਂ ਨੇ ਇੱਕ ਜੋਗੀ ਨੂੰ, ਜਿਹੜਾ ਬੜਾ ਤਾਂਤਰਿਕ ਹੈ, ਬੜੇ ਮੰਤਰ ਪੜ੍ਹਦਾ, ਉਹਨੂੰ ਲਿਆ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਲਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੁਰੂ ਕਾ ਸਿੱਖ ਇਸ ਤਰ੍ਹਾਂ ਦਾ ਮਿਲੇ ਜਿਹਦੇ ਕੋਲ ਜਾ ਕੇ ਬੇਨਤੀ ਕਰਾਂ, ਆਖਾਂ ਬਿਰਥਾ ਜੀ ਕੀ, ਆਪਣੇ ਮਨ ਦੀ ਹਾਲਤ ਦੱਸ ਕੇ ਮੈਂ ਬੇਨਤੀ ਕਰਾਂ ਗੁਰ ਸੱਜਣ ਦੇਹੋ ਮਲਾਏ ਜੀਓ। ਮੈਨੂੰ ਗੁਰੂ ਜਿਹੜਾ ਸੱਜਣ ਹੈ ਨਾ, ਲੋਕ ਤੇ ਪਰਲੋਕ ਦਾ, ਕਿਰਪਾ ਕਰਕੇ ਮੈਨੂੰ ਮਿਲਾ ਦਿਓ। ਕੋਈ ਹੈ ਅੱਜ ਵੀ ਐਸਾ ਸਿੱਖ ਭਾਈ ਜੋਧ ਵਰਗਾ? ਕੋਈ ਹੈ ਅੱਜ ਵੀ ਐਸਾ ਸਿੱਖ ਬੀਬੀ ਅਮਰੋ ਵਰਗਾ? ਕੋਈ ਅੱਜ ਵੀ ਇਸ ਤਰ੍ਹਾਂ ਦਾ ਸਿੱਖ ਹੈ ਭਾਈ ਤਿਲਕੂ ਜੀ ਵਰਗਾ? ਕੋਈ ਅੱਜ ਵੀ ਐਸਾ ਸਿੱਖ ਹੈ ਭਾਈ ਅਦਲੀ ਜੀ ਵਰਗਾ ਜਿਹੜਾ ਗੁਰੂ ਦੇ ਨਾਲ ਮਿਲਾ ਦੇਵੇ? ਐਸੇ ਗੁਰਸਿੱਖ ਦੇ ਅੱਗੇ ਜਾ ਕੇ ਬੇਨਤੀ ਕਰਾਂ, ਮੇਰੇ 'ਤੇ ਕਿਰਪਾ ਕਰਕੇ ਮੈਨੂੰ ਗੁਰੂ ਨਾਲ ਮਿਲਾ ਦੇਣਾ ਕਰੋ। ਸੋਈ ਦਸ ਉਪਦੇਸਰਾ, ਮੇਰਾ ਮਨ ਨੂੰ ਉਹ ਉਪਦੇਸ਼ ਦਿਓ। ਉਪਦੇਸ਼ ਤੇ ਦੁਨੀਆ ਬੜਾ ਦਿੰਦੀ ਹੈ, ਪਰ ਸੰਸਾਰੀ ਗੱਲਾਂ ਦਾ, ਸੰਸਾਰੀ ਕੰਮਾਂ ਦਾ ਉਪਦੇਸ਼ ਤੇ ਤੁਹਾਨੂੰ ਬਹੁਤ ਮਿਲੇਗਾ। ਤੁਸੀਂ ਕਿਸੇ ਦੇ ਕੋਲ ਜਾ ਕੇ ਕੋਈ ਗੱਲ ਕਰਦੇ ਹੋ, ਝਾਟੀ ਤੁਹਾਨੂੰ ਉਹਦਾ ਇਲਾਜ, ਸਾਰਾ ਕੁਝ ਹੀ ਤੁਹਾਨੂੰ ਗਿਆਨ ਧਿਆਨ ਦਿੱਤਾ ਜਾਵੇਗਾ। ਭਾਈ ਸੁਥਰਾ ਰਹਿੰਦਾ ਨਾ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ, ਤੇ ਨਿਤ ਨਵਾਂ ਕੌਤਕ ਕਰਦਾ। ਸੰਗਤ ਵਿੱਚ ਬੜਾ ਹਾਸਾ ਵੀ ਪੈਂਦਾ ਔਰ ਬੜੀਆਂ ਬੜੀਆਂ ਡੂੰਘੀਆਂ ਵਿਚਾਰਾਂ। ਇੱਕ ਦਿਨ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਭਾਈ ਸੁਥਰਾ ਜੀ ਰਹਿ ਰਹੇ। ਕਹਿਣ ਲੱਗੇ ਭਾਈ ਸੁਥਰਾ ਜੀ ਤੁਸੀਂ ਕੌਤਕ ਤੇ ਬੜੇ ਕਰਦੇ ਹੋ, ਪਰ ਕੋਈ ਐਸਾ ਕੌਤਕ ਕਰੋ ਜਿਹੜਾ ਬਾਦਸ਼ਾਹ ਦੇ ਕੋਲ ਹੋਵੇ ਔਰ ਜਨਤਾ ਦੁਨੀਆ ਨੂੰ ਪਤਾ ਲੱਗੇ। ਤੇ ਭਾਈ ਸੁਥਰਾ ਜੀ ਉਸ ਵੇਲੇ ਨਾ ਬਾਦਸ਼ਾਹ ਦੇ ਕੋਲ ਚਲੇ ਗਏ। ਇਹੋ ਜਿਹਾ ਕੌਤਕ ਕੀਤਾ ਵੀ ਬਾਦਸ਼ਾਹ ਨੇ ਇਹ ਗੱਲ ਲਿਖ ਦਿੱਤੀ ਤਾਂਬੇ ਦੇ ਪੱਤਰ ਦੇ ਉੱਪਰ ਵੀ ਭਾਈ ਜਿਹੜਾ ਸੁਥਰਾ ਹੈ ਇਹਨੂੰ ਹਰੇਕ ਹਕੀਮ ਜਾਂ ਵੈਦ ਜਿਹੜਾ ਹੈ ਨਾ 1 ਪੈਸਾ ਦਿਆ ਕਰੇਗਾ। ਹੁਣ ਬਾਦਸ਼ਾਹ ਦੇ ਕੋਲੋਂ ਤਾਂਬੇ ਦੇ ਪੱਤਰ 'ਤੇ ਲਿਖਵਾ ਲਿਆ, ਬਾਦਸ਼ਾਹ ਦਾ ਫਰਮਾਨ ਹੋ ਗਿਆ। ਤੇ ਭਾਈ ਸੁਥਰਾ ਜੀ ਲੰਘਦਿਆਂ ਕਿਸੇ ਦੇ ਕੋਲ ਜਾ ਕੇ ਕਹਿਣ ਵੀ ਮੇਰਾ ਸਿਰ ਬੜਾ ਪੀੜ ਹੁੰਦਾ। ਜਿਹਦੇ ਕੋਲ ਇਹ ਬਚਨ ਕਹਿਣ ਉਹ ਝਾਟੀ ਦਵਾਈ ਦੱਸ ਦਿਆ ਕਰੇ, ਆਹ ਚੀਜ਼ ਖਾ ਲਾ ਤੇਰਾ ਸਿਰ ਠੀਕ ਹੋ ਜਾਏਗਾ। ਕਿਸੇ ਨੂੰ ਆਖੇ ਮੇਰਾ ਪੇਟ ਬੜਾ ਪੀੜ ਹੁੰਦਾ, ਪੇਟ ਵਿੱਚ ਢਿੱਡ ਵਿੱਚ ਦਰਦ ਰਹਿੰਦਾ, ਉਹ ਆਖੇ ਵੀ ਜਵੈਨ ਖਾ ਲਾ। ਜਿਹੜਾ ਕੋਈ ਦਵਾਈ ਦੱਸੇ ਝਾਟੀ ਉਹਦੇ ਅੱਗੇ ਉਹ ਤਾਂਬੇ ਦਾ ਪੱਤਰ ਕਰ ਦਿਆ ਕਰੇ ਵੀ ਬਾਦਸ਼ਾਹ ਨੇ ਆਖਿਆ ਵੀ ਜਿਹੜਾ ਦਵਾਈ ਕਰਨੀ ਜਾਣਦਾ ਉਹਦੇ ਕੋਲੋਂ ਤੂੰ ਇੰਨੇ ਪੈਸੇ ਲੈਣੇ ਨੇ, ਲਿਆ ਇੰਨੇ ਪੈਸੇ ਰੱਖ, ਨਹੀਂ ਤਾਂ ਬਾਦਸ਼ਾਹ ਕੋਲ ਸ਼ਿਕਾਇਤ ਕਰਾਂਗਾ। ਇਹ ਸਾਖੀ ਸੁਣਾਉਣ ਤੋਂ ਮਤਲਬ ਇਹ ਹੈ ਕਿ ਦੁਨੀਆ ਦੇ ਵਿੱਚ ਤੁਸੀਂ ਵਿਚਰਦੇ ਹੋ, ਦੁਨੀਆ ਤੁਹਾਨੂੰ ਦੁਨਿਆਵੀ ਗਿਆਨ ਬੜਾ ਦੇਵੇਗੀ। ਸਿਰ ਪੀੜ ਹੁੰਦਾ ਹੈ, ਢਿੱਡ ਪੀੜ ਹੁੰਦਾ ਹੈ, ਤੁਸੀਂ ਕੋਈ ਕੰਮ ਕਰਨਾ ਹੈ, ਲੋਕ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਗੇ ਵੀ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ ਲਾ।
ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਕੋਈ ਨਹੀਂ ਦੱਸੇਗਾ, ਕਿਉਂਕਿ ਪਤਾ ਹੀ ਨਹੀਂ ਦੱਸੇਗਾ ਕੌਣ। ਸਤਿਗੁਰੂ ਕਹਿਣ ਲੱਗੇ ਸੋਈ ਦਸ ਉਪਦੇਸੜਾ, ਮੈਨੂੰ ਦੁਨੀਆ ਦਾ ਉਪਦੇਸ਼ ਨਹੀਂ ਚਾਹੀਦਾ, ਦੁਨੀਆ ਦਾ ਗਿਆਨ ਨਹੀਂ ਚਾਹੀਦਾ, ਦੁਨੀਆ ਦੇ ਕੰਮਕਾਰ ਕਰਨ ਦਾ ਮੇਰੇ ਕੋਲ ਗਿਆਨ ਹੈ। ਮੈਨੂੰ ਤੇ ਗਿਆਨ ਉਹ ਚਾਹੀਦਾ ਹੈ ਜਿਸ ਗਿਆਨ ਦੇ ਨਾਲ ਮੈਨੂੰ ਗੁਰੂ ਪ੍ਰਾਪਤ ਹੋਣਾ ਕਰੇ। ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਮੇਰਾ ਮਨ ਕਿਤੇ ਹੋਰ ਥਾਂ ਤੇ ਦੌੜ ਕੇ ਜਾਵੇ ਹੀ ਨਾ। ਇਹ ਇੱਕ ਜਗਿਆਸੂ ਦੇ ਵੱਲੋਂ ਇੱਕ ਪੂਰਨ ਗੁਰਸਿੱਖ ਨੂੰ ਬੇਨਤੀ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਉਪਦੇਸ਼ ਦੇ ਜਿਹਦੇ ਕਰਕੇ ਮੇਰਾ ਮਨ ਕਿਤੇ ਭੱਜੇ ਨਾ, ਕਿਤੇ ਡੋਲੇ ਨਾ, ਕਿਤੇ ਦੌੜੇ ਨਾ। ਇਹ ਮੇਰੇ ਤੇ ਕਿਰਪਾ ਕਰਨਾ ਕਰੋ। ਮਨ ਤੈ ਕੂੜੇਵ ਸਾ, ਐ ਗੁਰੂ ਕਿਆ ਸਿੱਖਾ, ਜੇ ਤੂੰ ਮੈਨੂੰ ਗੁਰੂ ਨਾਲ ਮਿਲਾ ਦੇਵੇਂ ਨਾ, ਮੈਂ ਇਹ ਮਨ ਆਪਣਾ ਕੱਢ ਕੇ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਬਕੋਂ ਸੁਭ ਰਸਨਾ ਦੀਜੈ, ਪ੍ਰਾਨ ਅਕੋਰ। ਜੇ ਮੈਨੂੰ ਆਪਣੇ ਪ੍ਰਾਣਾਂ ਦੀ ਭੇਟ ਵੀ ਦੇਣੀ ਪਵੇ ਤੇ ਮੈਂ ਉਹ ਵੀ ਦੇ ਦੇਵਾਂਗਾ। ਕਾਹਦੇ ਵਾਸਤੇ? ਜਿਹਦੇ ਨਾਲ ਮੈਨੂੰ ਗੁਰੂ ਮਿਲੇ, ਮੈਨੂੰ ਗੁਰੂ ਦੀ ਪ੍ਰਾਪਤੀ ਹੋਵੇ, ਮੇਰਾ ਜਨਮ ਸਫਲਾ ਹੋ ਜਾਵੇ। ਸਤਿਗੁਰੂ ਬਚਨ ਕਰਦੇ ਪਏ, ਕਹਿਣ ਲੱਗੇ ਕਿ ਭਾਈ ਇਹੋ ਮਨ ਟੈਕੂ ਡੇਵਸਾਂ, ਮੈਂ ਇਹ ਆਪਣਾ ਮਨ ਗੁਰੂ ਕਿਆ ਸਿੱਖਾ ਤੈਨੂੰ ਭੇਟ ਕਰ ਦੇਵਾਂ, ਤੈਨੂੰ ਦੇ ਦੇਣਾ ਕਰਾਂ। ਮੈਂ ਮਾਰਗ ਦੇਹੋ ਬਤਾਏ ਜੀਓ, ਮੈਨੂੰ ਗੁਰੂ ਨੂੰ ਮਿਲਣ ਦਾ ਰਸਤਾ ਦੱਸ ਦੇ ਵੀ ਕਿਹੜਾ ਰਸਤਾ ਹੈ। ਕੋਈ ਇਸ ਤਰ੍ਹਾਂ ਦਾ ਰਸਤਾ ਹੈ ਜਿਹਦੇ ਕਰਕੇ ਉਹ ਰਸਤੇ ਤੇ ਚੱਲ ਕੇ ਸੰਤ ਕਾ ਮਾਰਗ ਧਰਮ ਕੀ ਪੌੜੀ। ਗੁਰਮੁਖੋ ਇਹ ਜਿਹੜੇ ਬਾਣੀ ਦੇ ਬਚਨ ਆ ਰਹੇ ਨਾ, ਇਹ ਸਾਡੇ ਸਾਰਿਆਂ ਦੇ ਵੱਲੋਂ ਸਵਾਲ ਨੇ ਜਿਹੜੇ ਮਹਾਰਾਜ ਨੇ ਸਾਡੇ ਵੱਲੋਂ ਬਾਣੀ ਵਿੱਚ ਲਿਖੇ। ਅਸੀਂ ਵੀ ਇਹੋ ਹੀ ਗੱਲਾਂ ਕਰਦੇ ਨਾ, ਕੋਈ ਇਹੋ ਜਿਹਾ ਸਿੱਖ ਮਿਲ ਜਾਵੇ, ਕੋਈ ਗੁਰਮੁਖ ਮਿਲ ਜਾਵੇ, ਕੋਈ ਪਿਆਰਾ ਮਿਲ ਜਾਵੇ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਵੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਹਰ ਮਾਰਗ ਦੇਹੋ ਬਤਾਏ ਜੀਓ, ਮੈਨੂੰ ਗੁਰੂ ਪਰਮੇਸ਼ਰ ਦਾ ਰਸਤਾ ਦੱਸ ਦੇਣਾ ਕਰੇ। ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ, ਐ ਗੁਰੂ ਕਿਆ ਸਿੱਖਾ, ਮੈਂ ਬੜੀ ਦੂਰੋਂ ਚੱਲ ਕੇ ਆਇਆ। ਬੜੀ ਦੂਰੋਂ ਚੱਲ ਕੇ ਆਉਣ ਤੋਂ ਭਾਵ ਇਹ ਨਹੀਂ ਹੈ ਕਿ ਮੇਰਾ ਘਰ ਇੰਨੇ ਕਿਲੋਮੀਟਰ ਦੂਰ ਹੈ। ਬੜੀ ਦੂਰੋਂ ਚੱਲ ਕੇ ਆਉਣ ਤੋਂ ਭਾਵ ਇਹ ਹੈ ਕਿ ਬੜੇ ਜਨਮਾਂ ਦੇ ਵਿੱਚੋਂ ਕਈ ਜਨਮ ਪੈ ਕੀਟ ਪਤੰਗਾ, ਪਤਾ ਨਹੀਂ ਕਿੰਨੇ ਜਨਮ ਕੀੜਿਆਂ ਦੇ ਪਤੰਗਿਆਂ ਦੇ ਲੈ ਲੈ ਕੇ ਕਿੰਨਾ ਕੁ ਧਰਤੀ ਦਾ ਸਫ਼ਰ ਕੀਤਾ। ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਹਾਥੀਆਂ ਦੇ ਲੈ ਕੇ, ਹਿਰਨਾਂ ਦੇ ਲੈ ਕੇ, ਪਤਾ ਨਹੀਂ ਕਿੰਨੇ ਕੁ ਜੰਗਲ ਘੁੰਮਿਆ ਹਾਂ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਪੰਛੀ ਬਣ ਕੇ ਪਤਾ ਨਹੀਂ ਕਿੰਨੇ ਕੁ ਆਕਾਸ਼ ਵਿੱਚ ਉਡਾਰੀਆਂ ਮਾਰੀਆਂ ਸਫ਼ਰ ਤੈਅ ਕੀਤਾ। ਕਈ ਜਨਮ ਸੱਪ ਬਣ ਕੇ ਧਰਤੀ 'ਤੇ ਰੀਂਘਦਾ ਰਿਹਾ। ਇਹ ਸਾਰੇ ਜਨਮ ਮੈਂ ਪ੍ਰਾਪਤ ਕਰਕੇ ਹੋਂ ਆਇਆ ਦੂਰੋਂ ਚੱਲ ਕੇ, ਦੂਰੋਂ ਜਨਮਾਂ ਦੇ ਵਿੱਚੋਂ ਮੈਂ ਚੱਲ ਕੇ ਆਇਆ ਹਾਂ। ਮੈਂ ਅੱਜ ਨਹੀਂ ਆਇਆ, ਮੈਂ ਕਈ ਜਨਮਾਂ ਵਿੱਚੋਂ ਚੱਲ ਕੇ ਗੁਰੂ ਪਾਤਸ਼ਾਹ ਜੀ, ਇਹ ਗੁਰੂ ਕਿਆ ਸਿੱਖਾ ਤੇਰੀ ਸ਼ਰਨ ਵਿੱਚ ਆਇਆ ਹਾਂ। ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਇੱਕ ਸ਼ਰਨ ਤੱਕੀ ਹੈ, ਇਹ ਗੁਰੂ ਕਾ ਸਿੱਖ ਮੇਰਾ ਭਲਾ ਕਰੇਗਾ। ਕੋਈ ਸਾਡੇ ਘਰ ਵਿੱਚ ਆਟਾ ਦਾਣਾ ਲੈਣ ਆ ਜਾਂਦਾ ਨਾ ਮੰਗਤਾ, ਕੋਈ ਮੰਗਤਾ ਤਾਂ ਆਇਆ ਘਰ ਦੇ ਵਿੱਚ, ਉਹਨੂੰ ਪਤਾ ਵੀ ਇੱਥੇ ਚੁੱਲ੍ਹਾ ਬਲਦਾ ਹੈ, ਇਹਨਾਂ ਦੇ ਕੋਲ ਹੈ, ਇਹ ਬਹੁਤਾ ਨਹੀਂ ਤੇ ਮੈਨੂੰ ਥੋੜ੍ਹਾ ਤੇ ਦੇਣਗੇ ਨਾ। ਮੰਗਤਾ ਤਾਂ ਆਇਆ ਹੈ। ਗੁਰੂ ਦਾ ਸਿੱਖ ਜਿਹੜਾ ਆਪ ਬੰਦਗੀ ਕਰਨ ਵਾਲਾ ਹੈ, ਉਹਦੇ ਕੋਲ ਜਗਿਆਸੂ ਤਾਂ ਆਇਆ, ਉਹਨੂੰ ਪਤਾ ਹੈ ਕਿ ਇਹਦੇ ਕੋਲੋਂ ਮੈਨੂੰ ਖੈਰਾਤ ਮਿਲੇਗੀ, ਇੱਥੋਂ ਮੈਨੂੰ ਦਾਨ ਮਿਲੇਗਾ, ਇਹ ਕੁਝ ਨਾ ਕੁਝ ਮੈਨੂੰ ਜ਼ਰੂਰ ਦੇਵੇਗਾ। ਕਹਿਣ ਲੱਗੇ ਹੋਂ ਤੱਕੀ ਤੋ ਸਰਨਾਏ ਜੀਓ, ਮੈਂ ਆਪ ਜੀ ਦੀ ਸ਼ਰਨ ਤੱਕ ਕੇ ਆਇਆ ਹਾਂ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਮੈਂ ਆਪਣੇ ਮਨ ਵਿੱਚ ਇੱਕ ਆਸਾ ਲੈ ਕੇ ਆਇਆ, ਇੱਕ ਭਰੋਸਾ ਲੈ ਕੇ ਆਇਆ, ਇੱਕ ਵਿਸ਼ਵਾਸ ਲੈ ਕੇ ਆਇਆ। ਮੈਂ ਆਸਾ ਰੱਖੀ ਚਿਤ ਮੈਂ ਆਪਣੇ ਚਿੱਤ ਵਿੱਚ, ਆਪਣੇ ਮਨ ਦੇ ਵਿੱਚ ਇੱਕ ਆਸ ਲੈ ਕੇ ਆਇਆ ਹਾਂ। ਆਸ ਇਹ ਹੈ ਮੇਰਾ ਸਭੋ ਦੁੱਖ ਗਵਾਏ ਜੀਓ। ਇਹ ਜਿਹੜਾ ਮੇਰਾ ਦੁੱਖ ਹੈ ਨਾ ਜੰਮਣ ਤੇ ਮਰਨ ਦਾ, ਇਹ ਜਿਹੜਾ ਦੁੱਖ ਹੈ ਨਾ ਸਰੀਰ ਦੀਆਂ ਬਿਮਾਰੀਆਂ ਦਾ, ਇਹ ਜਿਹੜਾ ਦੁੱਖ ਹੈ ਨਾ ਪ੍ਰਮਾਤਮਾ ਨਾਲੋਂ ਵਿਛੜਨ ਦਾ, ਟੁੱਟਣ ਦਾ, ਇਹ ਮੇਰਾ ਦੁੱਖ ਗਵਾ ਦਿਓ, ਪਰੇ ਕਰ ਦਿਓ।
ये मेरे ते कृपा करनी करो। ਨਿਤ ਮਾਰਗ ਚੱਲੇ ਭਾਈ ਅੜੇ। ਗੁਰਮੁਖੋ ਇਸ ਬੇਨਤੀ ਸੀ ਇੱਕ ਸਿੱਖ ਦੇ ਵੱਲੋਂ। ਜਿੰਨੀਆਂ ਪੰਕਤੀਆਂ ਆਪਾਂ ਸਰਵਣ ਕੀਤੀਆਂ ਸਾਰੀਆਂ ਬੇਨਤੀ ਦੇ ਰੂਪ ਦੇ ਵਿੱਚ। ਹੁਣ ਅੱਗੋਂ ਗੁਰੂ ਕਾ ਸਿੱਖ ਜਿਹਨੂੰ ਬੇਨਤੀ ਕੀਤੀ ਹੈ ਹੁਣ ਉਹ ਅੱਗੋਂ ਉੱਤਰ ਦਿੰਦਾ ਹੈ ਬੇਨਤੀਆਂ ਦਾ। ਕਹਿਣ ਲੱਗਾ ਬਚਨ ਇਹ ਹੈ, ਇਤ ਮਾਰਗ ਚੱਲੇ ਭਾਈ ਅੜੇ। ਐ ਭਾਈ ਇਹ ਜਿਹੜਾ ਮਾਰਗ ਹੈ ਨਾ, ਰਸਤਾ, ਜੇ ਤੂੰ ਚੱਲਣਾ ਚਾਹੁੰਦਾ ਹੈ ਗੁਰਮੁਖੋ ਕਿਹੜਾ ਰਸਤਾ ਹੈ? ਮਹਾਰਾਜ ਕਹਿਣ ਲੱਗੇ ਸੰਤ ਕਾ ਮਾਰਗ ਧਰਮ ਕੀ ਪੌੜੀ। ਗੁਰੂ ਕਾ ਸਿੱਖ ਪੁੱਛਦਾ ਪਿਆ ਜਿਹਨੂੰ ਪ੍ਰਾਪਤੀ ਹੈ, ਜਿਹੜਾ ਕੋਲ ਆਇਆ, ਕਹਿਣ ਲੱਗੇ ਉਹ ਭਰਾਵਾ ਜੇ ਤੂੰ ਇਸ ਰਸਤੇ ਤੇ ਚੱਲਣਾ ਚਾਹੁੰਦਾ ਹੈ, ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ। ਹੁਣ ਮਾਰਗ ਨਾਮ ਵੀ ਤੇ ਰਸਤੇ ਦਾ ਹੀ ਹੈ ਨਾ। ਜੇ ਤੂੰ ਭੁੱਲਿਆ ਹੋਇਆ ਮੇਰੇ ਕੋਲ ਆਇਆ ਹੈ ਔਰ ਇਤ ਮਾਰਗ ਚੱਲੇ, ਇਸ ਰਸਤੇ ਤੇ ਚੱਲਣਾ ਚਾਹੁੰਦਾ ਹੈ ਭਰਾਵਾ, ਪਹਿਲਾਂ ਇਹ ਵੇਖ ਵੀ ਉਹ ਰਸਤਾ ਕੀ ਹੈ। ਖੰਨਿਓ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ। ਇਹ ਮਹਾਰਾਜ ਦੇ ਬਚਨ। ਸਤਿਗੁਰੂ ਕਹਿਣ ਲੱਗੇ ਐ ਭਾਈ ਅੜੇ ਜੇ ਤੂੰ ਇਸ ਰਸਤੇ ਤੇ ਚੱਲਣਾ ਚਾਹੁੰਦਾ ਹੈ, ਉਹ ਰਸਤਾ ਕਿਹੜਾ ਹੈ? ਬਖਸ਼ਿਸ਼ ਕਰਦੇ ਹਨ। ਕਹੈ ਸੋ ਕਾਰ ਕਮਾਏ ਜੀਓ। ਸਾਰਿਆਂ ਤੋਂ ਪਹਿਲਾਂ ਤੈਨੂੰ ਇਹ ਕੰਮ ਕਰਨਾ ਪਵੇਗਾ, ਜੋ ਗੁਰੂ ਕਹਿ ਰਿਹਾ ਹੈ ਉਹ ਬਚਨ ਤੈਨੂੰ ਮੰਨਣਾ ਪਵੇਗਾ। ਇਹ ਹੈ ਰਸਤਾ। ਸਿੱਖ ਨੇ ਪਹਿਲਾਂ ਹੀ ਇਹ ਕਿਹਾ ਸੀ, ਜੇ ਤੂੰ ਰਸਤਾ ਜਾਣਨਾ ਚਾਹੁੰਦਾ ਹੈ, ਰਸਤਾ ਤੈਨੂੰ ਦੱਸ ਦਿੰਦਾ ਪਰ ਤੈਨੂੰ ਚੱਲਣਾ ਪਵੇਗਾ। ਤੇ ਪੁੱਛਣ ਵਾਲੇ ਨੇ ਆਖਿਆ ਮੈਂ ਜ਼ਰੂਰ ਚੱਲਾਂਗਾ। ਕਹਿੰਦੇ ਜੇ ਜ਼ਰੂਰ ਚੱਲੇਗਾ ਫਿਰ ਬਚਨ ਇਹ ਹੈ, ਜੋ ਕਹੈ ਸੋ ਕਾਰ ਕਮਾਏ ਜੀਓ। ਜੋ ਗੁਰੂ ਕਹਿੰਦਾ ਹੈ ਉਹ ਤੈਨੂੰ ਕੰਮ ਕਰਨਾ ਪਵੇਗਾ। ਹੁਣ ਗੁਰੂ ਪਾਤਸ਼ਾਹ ਕੀ ਕਹਿੰਦੇ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਇਹ ਗੁਰੂ ਨੇ ਆਖਿਆ ਨਾ ਬਚਨ। ਉਪਦੇਸ਼ ਗੁਰੂ ਹਰ ਹਰ ਜਪ ਜਪੈ। ਗੁਰੂ ਦੇ ਉਪਦੇਸ਼ ਨੂੰ ਪੜ੍ਹਨਾ, ਉਹਦੀ ਕਮਾਈ ਕਰਨੀ, ਇਹ ਵੀ ਤੇ ਗੁਰੂ ਨੇ ਹੀ ਬਚਨ ਆਖਿਆ ਨਾ। ਸਭ ਕਿਲ ਵੇਖ ਪਾਪ ਦੁਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਦਿਨ ਚੜ੍ਹਨ ਤਾਂ ਗੁਰਬਾਣੀ ਨੂੰ ਗਾ ਗਾ ਕੇ ਝੂਮ ਝੂਮ ਕੇ ਆਨੰਦ ਦੇ ਨਾਲ ਪੜ੍ਹੇ, ਫਾਇਆ ਨਾ ਵੱਢੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਗੁਰਬਾਣੀ ਨੂੰ ਗਾ ਗਾ ਕੇ ਸਵਾਦ ਨਾਲ ਪੜ੍ਹੇ। ਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਇਹ ਹੈ ਗੁਰੂ ਨੇ ਬਚਨ ਆਖਿਆ ਹੈ। ਹੁਣ ਗੁਰਮੁਖ ਹੋਏ ਬਚਨ ਤੇ ਮੰਨਣਾ ਪਵੇਗਾ। ਗੁਰ ਕਹੈ ਸੋ ਕਾਰ ਕਮਾਏ ਜੀਓ। ਜੋ ਗੁਰੂ ਨੇ ਆਖਿਆ ਹੈ, ਜਿੰਨਾ ਚਿਰ ਉਹ ਬਚਨ ਕਮਾਉਂਦਾ ਨਹੀਂ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਰਿਸ਼ਤੇਦਾਰਾਂ ਨੇ ਬੜਾ ਗੁੱਸਾ ਕੀਤਾ ਹੈ, ਘਰ ਵਾਲੀ ਪਤਨੀ ਨੇ ਵੀ ਗੁੱਸਾ ਕੀਤਾ ਹੈ, ਨਾਨਕਿਆਂ ਦਾਦਕਿਆਂ ਨੇ ਵੀ ਗੁੱਸਾ ਕੀਤਾ ਹੈ। ਕਿਸ ਗੱਲ ਦਾ? ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਕਿਉਂ ਨਹੀਂ ਦਿੱਤੀ ਹੈ। ਪੁੱਤਰਾਂ ਦੀ ਮਾਂ ਸਿਫਾਰਿਸ਼ ਵੀ ਕਰਦੀ ਹੈ। ਰਿਸ਼ਤੇਦਾਰਾਂ ਨੇ ਵੀ ਆਖਿਆ ਮਹਾਰਾਜ ਹੁਣ ਤੁਸੀਂ ਪੂਜਣ ਯੋਗ ਹੋ, ਵੇਖੋ ਤੁਹਾਡੀ ਗੱਦੀ ਨਾਲ ਕਿੰਨੇ ਲੋਕ ਜੁੜੇ, ਤੇ ਪੁੱਤਰਾਂ ਨੂੰ ਬਿਠਾਓ ਨਾ ਗੱਦੀ ਤੇ, ਘਰ ਦਾ ਹੀ ਕਾਰੋਬਾਰ ਹੋਵੇਗਾ। ਤੇ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਬਚਨ ਇਹ ਹੈ ਵੀ ਸੰਗਤ ਆਈ ਹੈ, ਸੰਗਤ ਨੂੰ ਪਕਵਾਨ ਛਕਾਓ। ਕਹਿਣ ਲੱਗੇ ਜੀ ਚੁੱਲ੍ਹੇ ਪਾਣੀ ਨਾਲ ਭਰ ਗਏ, ਬਾਲਣ ਗਿੱਲਾ ਹੋ ਗਿਆ, ਰਸਤ ਪਾਣੀ ਸਭ ਪਾਣੀ ਵਿੱਚ ਗਲ ਗਿਆ, ਛਕਾਉਣਾ ਔਖਾ। ਦੂਜਾ ਬਚਨ ਹੋਇਆ, ਕਹਿਣ ਲੱਗੇ ਰੁੱਖ ਨੂੰ ਹਲੂਣਾ ਦੇ ਦਿਓ, ਪਕਵਾਨ ਮਿਲ ਜਾਣਗੇ, ਸੰਗਤ ਨੂੰ ਵੰਡ ਦਿਓ। ਬਚਨ ਹੋਇਆ, ਦੋਨੇ ਪੁੱਤਰ ਹੀ ਨਹੀਂ ਉੱਠੇ। ਬਾਬਾ ਸ੍ਰੀ ਚੰਦ ਵੀ ਨੀਵੀਂ ਪਾ ਗਿਆ, ਲਖਮੀ ਦਾਸ ਵੀ ਪਰੇ ਨੂੰ ਧਿਆਨ ਕਰ ਲਿਆ। ਮਨ ਵਿੱਚ ਇਹ ਗੱਲ ਆ ਗਈ, ਬਾਪੂ ਬਜ਼ੁਰਗ ਹੋ ਗਿਆ, ਐਵੇਂ ਕਮਲੀਆਂ ਝੱਲੀਆਂ ਗੱਲਾਂ ਕਰਦਾ, ਰੁੱਖਾਂ ਨੂੰ ਕਦੇ ਮਠਿਆਈਆਂ ਥੋੜ੍ਹੀ ਲੱਗੀਆਂ, ਪਕਵਾਨ ਨਹੀਂ ਲੱਗੇ ਕਦੇ। ਤੇ ਫਿਰ ਕੌਣ ਉੱਠਿਆ? ਭਾਈ ਲਹਿਣਾ ਜੀ ਉੱਠ ਪਏ। ਗੁਰ ਕਹਿਆ ਸੋ ਕਾਰ ਕਮਾਏ ਜੀਓ। ਮੇਰੇ ਗੁਰੂ ਨੇ ਆਖਿਆ ਮੈਂ ਬਚਨ ਕਮਾਉਣਾ ਹੈ। ਜਦੋਂ ਰੁੱਖ ਨੂੰ ਹਲੂਣਾ ਦਿੱਤਾ, ਪਕਵਾਨ ਪ੍ਰਾਪਤ ਹੋਏ, ਸੰਗਤ ਨੂੰ ਵੰਡੇ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਸਾਡੇ ਸਤਿਕਾਰਯੋਗ ਮਾਤਾ ਸਾਹਿਬ ਮਾਤਾ ਸੁਲੱਖਣੀ ਜੀਆਂ ਨੂੰ ਕਹਿਣ ਲੱਗੇ ਤੁਸੀਂ ਸਿਫਾਰਿਸ਼ ਕਰਦੇ ਹੋ ਪੁੱਤਰਾਂ ਨੂੰ ਗੱਦੀ ਦਈਏ। ਤੁਹਾਡੇ ਪੇਕਿਆਂ ਨੇ ਰਿਸ਼ਤੇਦਾਰਾਂ ਨੇ ਵੀ ਇਹ ਗੱਲ ਕਹੀ ਹੈ, ਪਰ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ। ਇਹ ਤਖਤ ਤੇ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਬਚਨ ਕਮਾਇਆ ਹੈ। ਬਚਨ ਪੁੱਤਰਾਂ ਨੇ ਨਹੀਂ, ਸੇਵਕ ਨੇ ਕਮਾਇਆ ਹੈ।
ਫਿਰ ਅਸੀਂ ਸੇਵਕ ਨੂੰ ਛੱਡ ਕੇ ਕਿਵੇਂ ਪੁੱਤਰਾਂ ਨੂੰ ਇਹ ਤਖਤ ਦੇ ਦਈਏ। ਸਾਰੇ ਬਚਨ ਸੁਣ ਕੇ ਚੁੱਪ ਕਰ ਗਏ। ਬਚਨ ਇਹ ਹੈ, ਗੁਰ ਕਹੈ ਸੋ ਕਾਰ ਕਮਾਏ ਜਿਉ। ਜੋ ਗੁਰੂ ਨੇ ਬਚਨ ਆਖਿਆ ਹੈ, ਗੁਰੂ ਦੇ ਸਿੱਖ ਦਾ ਪਹਿਲਾ ਕੰਮ ਇਹ ਹੈ ਵੀ ਉਸ ਬਚਨ ਦੀ ਕਮਾਈ ਕਰੇ। ਜਿਹੜਾ ਕਮਾਈ ਕਰੇਗਾ ਪ੍ਰਾਪਤੀ ਉਹਨੂੰ ਹੈ। ਹੁਣ ਗੁਰਮੁਖੋ ਆਪਾਂ ਕਿੰਨੇ ਚਿਰ ਤੋਂ ਕਥਾ ਸੁਣਦੇ ਆ ਰਹੇ ਹਾਂ, ਕੀਰਤਨ ਸੁਣਦੇ ਆ ਰਹੇ ਹਾਂ। ਸੁਣਦੇ ਤੇ ਪਏ ਹਾਂ, ਪਰ ਸੁਣਿਆ ਮੰਨਿਆ ਉਸ ਬਚਨ ਨੂੰ ਮੰਨਿਆ ਨਹੀਂ ਅਜੇ ਤੱਕ, ਕੇਵਲ ਸੁਣਿਆ ਹੀ ਹੈ। ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਗੱਡੀ ਉੱਥੇ ਦੀ ਉੱਥੇ ਹੀ ਖਲੋਤੀ ਹੈ। ਇੱਕ ਵਿਅਕਤੀ ਖਲੋਤਾ ਹੋਇਆ ਨਾ ਰਾਹ 'ਤੇ, ਉਹ ਪੜ੍ਹਦਾ ਪਿਆ ਹੈ ਫਲਾਣਾ ਸ਼ਹਿਰ ਇੰਨੇ ਕਿਲੋਮੀਟਰ ਹੈ, ਪੜ੍ਹੀ 'ਤੇ ਜਾ ਰਿਹਾ ਹੈ, ਬੋਰਡ ਦੇ ਥੱਲੇ ਖਲੋਤਾ, ਸਾਈਨ ਬੋਰਡ ਲੱਗਾ, ਉਹ ਦੱਸਦਾ ਪਿਆ ਫਲਾਣਾ ਸ਼ਹਿਰ ਇੱਧਰ ਨੂੰ ਹੈ, 50 ਕਿਲੋਮੀਟਰ ਹੈ। ਉਸ ਬੋਰਡ ਦੇ ਕੋਲ ਖਲੋਤਾ ਹੋਇਆ, ਪੜ੍ਹੀ 'ਤੇ ਰੋਜ਼ ਜਾਂਦਾ ਪਰ ਚੱਲਦਾ ਨਹੀਂ ਪਿਆ। ਇਹਦੇ ਵਿੱਚ ਕਸੂਰ ਕਿਹਦਾ? ਇਹਦੇ ਵਿੱਚ ਕਸੂਰ ਬੋਰਡ ਦਾ ਥੋੜ੍ਹੀ ਹੈ। ਉਹਨੇ ਤਾਂ ਦੱਸ ਦਿੱਤਾ ਹੁਣ ਚੱਲਣਾ ਤਾਂ ਤੈਨੂੰ ਪਵੇਗਾ, ਜਿੰਨਾ ਚਿਰ ਚੱਲਦਾ ਨਹੀਂ ਮੰਜ਼ਿਲ 'ਤੇ ਪਹੁੰਚੇਗਾ ਨਹੀਂ। ਕੱਲਾ ਪੜ੍ਹਿਆ, ਕੱਲਾ ਸੁਣਿਆ ਬਚਨ, ਕਿਸੇ ਕੋਲੋਂ ਪੁੱਛ ਲਈਏ ਕਿਸੇ ਥਾਂ 'ਤੇ ਪਹੁੰਚਣ ਦਾ ਤੇ ਦੱਸ ਤੇ ਦਿੱਤਾ, ਪਰ ਬਚਨ ਕਮਾਇਆ ਨਹੀਂ, ਤੁਰੇ ਨਹੀਂ, ਤੇ ਪ੍ਰਾਪਤੀ ਕਿਵੇਂ ਹੋਵੇ। ਇਸੇ ਤਰ੍ਹਾਂ ਗੁਰੂ ਕਿਉਂ ਸਿੱਖੋ, ਬਾਣੀ ਆਪਾਂ ਪੜ੍ਹਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ। ਇਹ ਗੱਲ ਨਹੀਂ ਹੈ ਕਿ ਬਾਣੀ ਪੜ੍ਹੀ ਸੁਣੀ ਦਾ ਫਲ ਨਹੀਂ ਮਿਲੇਗਾ, ਫਲ ਜ਼ਰੂਰ ਮਿਲੇਗਾ, ਪਰ ਮੰਜ਼ਿਲ ਉਸ ਦਿਨ ਪ੍ਰਾਪਤ ਹੋਵੇਗੀ ਜਿਸ ਦਿਨ ਕਮਾਈ ਕਰੇਗਾ। ਕਮਾਈ ਤੋਂ ਬਿਨਾਂ ਮੰਜ਼ਿਲ ਨਹੀਂ ਮਿਲੇਗੀ। ਮਹਾਰਾਜ ਕਹਿਣ ਲੱਗੇ, ਗੁਰ ਕਹੈ ਸੋ ਕਾਰ ਕਮਾਏ ਜਿਉ। ਰੋਜ਼ ਦੀ ਕਥਾ ਸਰਵਣ ਕਰਕੇ, ਰੋਜ਼ ਦਾ ਕੀਰਤਨ ਸਰਵਣ ਕਰਕੇ, ਪਾਠ ਪੜ੍ਹ ਕੇ ਤੂੰ ਆਪਣਾ ਸਮਾਂ ਤੇ ਸਫਲਾ ਬਣਾ ਰਿਹਾ ਹੈ, ਪਰ ਪੂਰੀ ਸਫਲਤਾ ਉਸ ਦਿਨ ਮਿਲਣੀ ਹੋ ਜਿਸ ਦਿਨ ਬਚਨ ਕਮਾਉਣ ਲੱਗ ਪਵੇਗਾ, ਜਿਸ ਦਿਨ ਕਮਾਈ ਤੇ ਚੱਲੇਗਾ। ਗੁਰੂ ਕਾ ਸਿੱਖ ਕਹਿ ਰਿਹਾ, ਇਤ ਮਾਰਗ ਚੱਲੇ ਭਾਈ ਅੜੇ। ਐ ਭਾਈ ਜਾਨ ਹੈ ਭਰਾਵਾ, ਇਸ ਮਾਰਗ ਤੇ ਚੱਲ। ਪੁੱਛਿਆ ਕਿਹੜਾ ਮਾਰਗ? ਸਭ ਤੋਂ ਪਹਿਲਾ ਰਸਤਾ ਇਹ ਹੈ, ਗੁਰ ਕਹੈ ਸੋ ਕਾਰ ਕਮਾਏ ਜਿਉ। ਜੋ ਗੁਰੂ ਨੇ ਕਿਹਾ ਹੈ ਨਾ, ਉਹ ਬਚਨ ਮੰਨ। ਜਿੰਨਾ ਚਿਰ ਮੰਨਦਾ ਨਹੀਂ ਉਹਨਾਂ ਚਿਰ ਮੰਜ਼ਿਲ ਨਹੀਂ ਹੈ। ਜਾਗੈ ਮਨ ਕੀ ਮਤੜੀ। ਦੂਜੀ ਗੱਲ ਇਹ ਹੈ, ਆਪਣੇ ਮਨ ਦੀ ਮਤ ਨੂੰ ਤਿਆਗ ਦੇਣਾ ਹੈ। ਮਨ ਕੀ ਮਤ ਤਿਆਗੋ ਹਰ ਜਨ। ਗੁਰੂ ਦਾ ਉਪਦੇਸ਼ ਸਰਵਣ ਕੀਤਾ ਹੈ, ਬਾਅਦ ਵਿੱਚ ਅੰਦਰੋਂ ਮਨ ਨੇ ਆਵਾਜ਼ ਦਿੱਤੀ, ਨਹੀਂ ਇਹ ਬਚਨ ਠੀਕ ਨਹੀਂ ਹੈ, ਫਲਾਣਾ ਬਚਨ ਠੀਕ ਹੈ, ਨਹੀਂ ਆਪਣੇ ਮਨ ਦੀ ਮਤ ਛੱਡ ਦੇ। ਇੱਥੇ ਤੇ ਮਨ ਦੀ ਮਤ ਇੰਨੀ ਹੁੰਦੀ ਹੈ ਵੀ ਗੁਰਬਾਣੀ ਬਦਲਣ ਤੱਕ ਸਾਡੇ ਵਿਦਵਾਨ ਤੁਰ ਪੈਂਦੇ, ਨਹੀਂ ਇਹ ਗੁਰੂ ਪਾਤਸ਼ਾਹ ਨੇ ਗਲਤ ਲਿਖਿਆ ਹੈ, ਇੱਥੇ ਫਲਾਣਾ ਅੱਖਰ ਨਹੀਂ ਸੀ ਹੋਣਾ ਚਾਹੀਦਾ, ਫਲਾਣਾ ਹੋਣਾ ਚਾਹੀਦਾ। ਹਰੇਕ 5-7 ਸਾਲ ਬਾਅਦ ਅਸੀਂ ਚੁੱਕ ਲੈਂਦੇ ਹਾਂ ਕਲਮ ਫਿਰ ਬਦਲਣ ਵਾਸਤੇ। ਸਤਿਗੁਰੂ ਕਹਿਣ ਲੱਗੇ, ਤਿਆਗੇ ਮਨ ਕੀ ਮਤੜੀ। ਆਪਣੇ ਮਨ ਦੀ ਮਤ ਛੱਡ ਦੇ। ਗੁਰ ਕੀ ਮਾਤੂ ਲਿਹੇ ਇਆਨੇ, ਭਗਤ ਬਿਨਾ। ਗੁਰੂ ਦੀ ਮੱਤ ਤਾਂ ਹੀ ਲਵੇਂਗਾ ਨਾ। ਵਸਤੂ ਅੰਦਰ ਵਸਤ ਸਮਾਵੇ, ਜੇ ਦੂਜੀ ਹੋਵੇ ਪਾਸ। ਬਾਲਟੀ ਦੁੱਧ ਦੀ ਭਰੀ ਹੈ, ਤੁਸੀਂ ਉਹਦੇ ਵਿੱਚ ਦੁੱਧ ਹੋਰ ਪਾਉਣਾ ਚਾਹੁੰਦੇ ਹੋ, ਪਹਿਲਾਂ ਦੁੱਧ ਕੱਢ ਕੇ ਪਾਸੇ ਕਰਨਾ ਪਵੇਗਾ, ਬਾਲਟੀ ਵਿਹਲੀ ਕਰਨੀ ਪਵੇਗੀ, ਖਾਲੀ ਬਾਲਟੀ ਦੇ ਵਿੱਚ ਦੁਬਾਰਾ ਦੁੱਧ ਪਵੇਗਾ, ਤੇ ਜੇ ਭਰੀ ਵਿੱਚ ਪਾਓਗੇ ਤੇ ਡੁੱਲ ਜਾਏਗਾ। ਇਸ ਕਰਕੇ ਤਿਆਗੈ ਮਨ ਕੀ ਮਤੜੀ। ਪਹਿਲਾਂ ਤੈਨੂੰ ਮਨ ਦੀ ਮੱਤ ਤਿਆਗਣੀ ਪਵੇਗੀ। ਜਦੋਂ ਆਪਣੇ ਮਨ ਦੀ ਮੱਤ ਤਿਆਗੇਗਾ ਤੇ ਫਿਰ ਮਹਾਰਾਜ ਕਹਿਣ ਲੱਗੇ, ਤੈਨੂੰ ਗੁਰੂ ਦੀ ਮੱਤ ਤਾਂ ਪ੍ਰਾਪਤ ਹੋਣੀ ਹੈ। ਜੇ ਗੁਰੂ ਦੀ ਮੱਤ ਲਵੇਂਗਾ ਪ੍ਰਾਪਤੀ ਤਾਂ ਹੈ, ਤਾਂ ਪ੍ਰਾਪਤੀ ਹੁੰਦੀ ਹੈ। ਸਾਰੇ ਦੂਜਾ ਭਾਉ ਜਿਉ। ਜਿਹੜੀ ਦਵੈਤ ਭਾਵ ਹੈ ਉਹਨੂੰ ਵਿਸਾਰ ਦੇਣਾ, ਭੁਲਾ ਦੇਣਾ ਹੈ। ਦਵੈਤ ਵਿੱਚ ਕਦੇ ਨਹੀਂ ਪੈਣਾ ਹੈ। ਗੁਰੂ ਕੇ ਸਿੱਖ ਨੇ ਦਵੈਤ ਦਾ ਮੋਟਾ ਜਿਹਾ ਸਮਝਣ ਵਾਸਤੇ ਬਚਨ ਇਹ ਹੈ, ਦਵੈਤ ਕਹਿੰਦੇ ਈਰਖਾ ਨੂੰ। ਕਦੇ ਵੀ ਈਰਖਾ ਵਿੱਚ ਨਹੀਂ ਪੈਣਾ ਹੈ ਤੇ ਕਦੇ ਮੋਹ ਵਿੱਚ ਨਹੀਂ ਪੈਣਾ ਹੈ। ਇਹ ਦੋ ਬਚਨਾਂ ਦਾ ਧਿਆਨ ਰੱਖਣਾ ਹੈ। ਮੋਹ ਕਰਕੇ ਕਦੇ ਪਰਮਾਤਮਾ ਨੂੰ ਨਹੀਂ ਭੁੱਲਣਾ ਹੈ, ਈਰਖਾ ਕਰਕੇ ਕਦੇ ਰੱਬ ਨੂੰ ਨਹੀਂ ਭੁੱਲਣਾ ਹੈ, ਦੁਨੀਆ ਨਾਲ ਕਦੇ ਈਰਖਾ ਨਹੀਂ ਕਰਨੀ ਹੈ। ਇਹ ਦੋ ਬਚਨ ਨੇ। ਵਿਸਾਰੇ ਦੂਜਾ ਭਾਉ ਜੀਓ। ਦੂਜਾ ਭਾਵ ਤੋਂ ਹੁੰਦਾ ਭਾਵ ਦਵੈਤ। ਦਵੈਤ ਕਹਿੰਦੇ ਦੋ ਰਾਹ।
ਈਰਖਾ ਦਾ ਤੇ ਮੋਹ ਦਾ, ਇਹਨਾਂ ਦੋਹਾਂ ਰਾਹਾਂ ਨੂੰ ਛੱਡ ਦੇਣਾ ਕਰ। ਇਉ ਪਾਵਹਿ ਹਰ ਦਰਸਾਵੜਾ। ਇਸ ਤਰ੍ਹਾਂ ਤੂੰ ਗੁਰੂ ਦੇ ਦਰਸ਼ਨ ਪਾ ਲਵੇਂਗਾ। ਜੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਨਾ, ਸਿੱਖ ਦਾ ਬਚਨ ਇਹ ਸੀ ਨਾ ਕਿ ਮੈਨੂੰ ਗੁਰ ਸੱਜਣ ਦੇਹੋ ਮਲਾਏ ਜੀਓ। ਤੇ ਜੇ ਤੂੰ ਗੁਰੂ ਸੱਜਣ ਨੂੰ ਮਿਲਣਾ ਚਾਹੁੰਦਾ, ਇਉਂ ਪਾਵੈ ਹਰ ਦਰਸਾਵੜਾ। ਇਸ ਤਰ੍ਹਾਂ ਤੂੰ ਹਰੀ ਦੇ ਦਰਸ਼ਨ ਪਾਵੇਂਗਾ ਜਿਹੜੇ ਬਚਨ ਤੁਹਾਨੂੰ ਸਰਵਨ ਕਰਵਾਏ ਹਨ। ਨਹ ਲੱਗਾ ਤਤੀ ਵਾਓ ਜੀਓ। ਤੇ ਫਿਰ ਤੈਨੂੰ ਤਤੀ ਵਾਹ ਨਹੀਂ ਲੱਗੇਗੀ, ਸੰਸਾਰੀ ਦੁੱਖਾਂ ਦੀ ਤਤੀ ਵਾਹ ਨਹੀਂ ਲੱਗੇਗੀ। ਸੰਸਾਰੀ ਦੁੱਖ ਤੇਰੇ ਨੇੜੇ ਨਹੀਂ ਆਉਣਗੇ। ਇੱਥੇ ਹੀ ਬਸ ਨਹੀਂ, ਤਤੀ ਵਾਹ ਇਹ ਜਿਹੜੀ ਮਾਇਆ ਹੈ, ਜਿਹੜੀ ਦੁਨੀਆ ਨੂੰ ਜਨਮਾਂ ਵਿੱਚ ਪਾਉਂਦੀ ਹੈ, ਜਠਰਾ ਅਗਨੀ ਦੇ ਵਿੱਚ ਸੁੱਟਦੀ ਹੈ, ਇਹ ਮਾਇਆ ਰੂਪੀ ਤਤੀ ਵਾਹ ਵੀ ਤੈਨੂੰ ਨਹੀਂ ਲੱਗੇਗੀ। ਮਹਾਰਾਜ ਕਹਿਣ ਲੱਗੇ ਪਦਾਰਥਾਂ ਰੂਪੀ ਤਤੀ ਵਾਹ ਵੀ ਤੈਨੂੰ ਨਹੀਂ ਲੱਗੇਗੀ। ਤੇ ਕੁੰਭੀ ਨਰਕ ਜਿਹਦੇ ਵਿੱਚ ਪਾ ਕੇ ਜੀਵ ਨੂੰ ਸਾੜਿਆ ਜਾਂਦਾ ਹੈ, ਇਹ ਨਰਕਾਂ ਦੀ ਤਤੀ ਵਾਹ ਵੀ ਤੈਨੂੰ ਨਹੀਂ ਲੱਗੇਗੀ। ਇਹ ਜਿੰਨੀਆਂ ਤਤੀਆਂ ਵਾਵਾਂ ਨੇ ਨਾ, ਭਾਵੇਂ ਉਹ ਨਰਕਾਂ ਦੀ ਅੱਗ ਹੈ, ਭਾਵੇਂ ਉਹ ਮਾਇਆ ਦੀ ਅੱਗ ਹੈ, ਭਾਵੇਂ ਉਹ ਪਦਾਰਥਾਂ ਦੀ ਅੱਗ ਹੈ, ਭਾਵੇਂ ਉਹ ਸਰੀਰ ਦੇ ਦੁੱਖਾਂ ਦੀ ਅੱਗ ਹੈ, ਇਹ ਸਰੀਰ ਦੇ ਦੁੱਖ ਰੂਪੀ ਤਤੀ ਵਾਹ ਵੀ ਤੈਨੂੰ ਨਹੀਂ ਲੱਗੇਗੀ। ਨਾ ਲੱਗੈ ਤਤੀ ਵਾਓ ਜੀਓ। ਇਹਨਾਂ ਸਾਰੀਆਂ ਤਤੀਆਂ ਵਾਵਾਂ ਤੋਂ ਗੁਰੂ ਬਚਾ ਲੈਂਦਾ ਹੈ। ਉਹ ਆਪੋ ਬੋਲ ਨਾ ਜਾਣਦਾ। ਗੁਰੂ ਕਾ ਸਿੱਖ ਕਹਿੰਦਾ ਮੈਂ ਆਪਣੇ ਕੋਲੋਂ ਬੋਲ ਕੁਝ ਨਹੀਂ ਬੋਲਣੇ ਜਾਣਦਾ। ਇਹ ਗੁਰੂ ਕਿਹਾ ਸਿੱਖਾ ਮੈਂ ਤੈਨੂੰ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਨਾ ਮੇਰੇ ਕੋਲ ਕਹਿਣ ਦੀ ਸਮਰੱਥਾ ਹੈ। ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਤੇ ਉਹ ਬਚਨ ਤੈਨੂੰ ਕਹੇ ਨੇ ਜਿਨ੍ਹਾਂ ਬਚਨਾਂ ਦਾ ਹੁਕਮ ਹੋਇਆ ਹੈ। ਜਿਹੜੇ ਬਚਨ ਹੁਕਮ ਦੇ ਵਿੱਚ ਆਏ ਉਹ ਬਚਨ ਤੇਰੇ ਨਾਲ ਸਾਂਝੇ ਕੀਤੇ ਹਨ। ਹਰ ਭਗਤ ਖਜ਼ਾਨਾ ਬਖਸ਼ਿਆ। ਸਤਿਗੁਰਾਂ ਨੇ ਭਗਤੀ ਦਾ ਖਜ਼ਾਨਾ ਗੁਰੂ ਕਿਹਾ ਸਿੱਖਾਂ ਭਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਕੀ ਆਪ ਸਾਓ ਜੀਓ। ਇਹ ਗੁਰੂ ਨਾਨਕ ਸਾਹਿਬ ਜੀਆਂ ਨੇ ਪਸਾਓ ਕਹੀਏ ਕਿਰਪਾ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਇਹ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਹਰ ਭਗਤ ਖਜ਼ਾਨਾ ਬਖਸ਼ਿਆ। ਗੁਰੂ ਨਾਨਕ ਕੀ ਆਪ ਸਾਓ ਜੀਓ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਰੂਪੀ ਪਸਾਓ ਕਹੀਏ ਦਾਨ ਦਿੱਤਾ ਹੈ। ਕਿਹੜਾ ਦਾਨ ਦਿੱਤਾ ਹੈ? ਪਸਾਓ ਨਾਮ ਹੈ ਦਾਨ ਦਾ। ਕਿਹੜਾ ਦਾਨ ਦਿੱਤਾ ਹੈ? ਉਪਦੇਸ਼ ਰੂਪੀ। ਜਿਹੜਾ ਉਪਦੇਸ਼ ਮਿਲਦਾ ਪਿਆ ਨਾ ਆਪਾਂ ਨੂੰ, ਸਿੱਖਿਆ ਮਿਲਦੀ, ਇਹ ਸਿੱਖਿਆ ਰੂਪ ਮਹਾਰਾਜ ਨੇ ਸਾਨੂੰ ਦਾਨ ਦੇਣਾ ਕੀਤਾ ਹੈ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ। ਤੇ ਫਿਰ ਨਾ ਤ੍ਰਿਸ਼ਨਾ ਰਹਿ ਜਾਂਦੀ ਹੈ ਪਦਾਰਥਾਂ ਦੀ, ਨਾ ਭੁੱਖ ਰਹਿ ਜਾਂਦੀ ਹੈ। ਨਾ ਸੰਸਾਰ ਦੇ ਪਦਾਰਥਾਂ ਦੀ ਭੁੱਖ ਰਹੀ ਹੈ ਅਤੇ ਨਾ ਹੀ ਮਾਇਆ ਦੀ ਤ੍ਰਿਸ਼ਨਾ ਰਹਿ ਜਾਂਦੀ ਹੈ, ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰਦਾ ਹੈ। ਰੱਜਾ ਤ੍ਰਿਪਤ ਗਾਏ ਜੀਓ। ਫਿਰ ਇਸ ਦੁਨੀਆ ਦੇ ਪਦਾਰਥਾਂ ਵੱਲੋਂ ਰੱਜ ਗਿਆ ਅਤੇ ਇਸੇ ਤਰ੍ਹਾਂ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਿਆ ਤੇ ਸਵਰਗਾਂ ਦੇ ਸੁਖ ਵੱਲੋਂ ਵੀ ਰੱਜ ਗਿਆ। ਕਈ ਵਾਰੀ